ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੋ ਸੋ ਨਾਨਾਥ ਅਨਾਥ ਨਮੋਸਰ ਤੋ ਸੋ ਨੰਦਾਨੀ ਨਮੋਸੋ ਪਿਖਾਰੀ ਮੋਸੋ ਨੰਦੀਨ ਦਇਆਲ ਨ ਤੋਸਰ ਮੋਸੋ ਅਗਿਆਨ ਨ ਤੋਸੋ ਵਿਚਾਰੀ ਮੋਸੋ ਨ ਪਤਿਤ ਨਾ ਪਾਵਨ ਤੋਸਰ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਔਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤੁਹਾਰੀ ਮੋਰੇ ਹੈ ਔਗੁਣ ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤੁਹਾਰੀ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ मन इच्छे से ही फल पाए करतै आप वसाया राम करतै आप वसाया सर्ब सुख पाया पुत पाई सिख बिगासे गुण गावै पूरन परमेश्वर कारज आया रासे प्रभ आप सुआमी आपे रखा आप पिता आप माया कहो नानक सतगुर बलिहारी जिन एह थान सुहाया कर मंदर हट नाले सोहे जिस विच नाम निवासी राम संत भगत हर नाम आराधें कटियै जम की फांसी राम काटी जम फांसी प्रभ अविनाशी हर हर नाम ते आए सगल समगरी पूरन होई मन इच्छे फल पाए संत सजन सुख मान है रलियां दुख दर्द भ्रम नासी शब्द सवारे सतगुर पूरै नानक सदबल जासी संत सजन सुख मान है रलियां दुख दर्द भ्रम नासी शब्द सवारे सतगुर पूरै नानक सद बल जासी वाहिगुरु जी का खालसा वाहिगुरु जी की फतेह जुगो जुग अटल तन तन गुरु ग्रंथ साहिब जी गुरु पातशाह जी दी अपर अपार नवाजिश बख्शिश शाम समय का दीवान असीं माण रहे हैं।
ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸੰਦੇਸ਼ ਦੇ ਨਾਲ ਸਾਨੂੰ ਪ੍ਰਾਪਤ ਹੈ। ਛੰਤ ਪ੍ਰਾਰੂਪ ਹੈ ਬਾਣੀ ਦਾ, ਜਿਸ ਨੂੰ ਅਸੀਂ ਪਦਾ ਬਾ ਪਦਾ ਵਿਚਾਰ ਰਹੇ ਹਾਂ। ਇਸ ਚੱਲ ਰਹੇ ਪ੍ਰਵਾਹ ਵਿੱਚ ਆਪ ਜੀ ਨੇ ਇਸ ਪਾਵਨ ਛੰਤ ਦੇ ਸ਼ੁਰੂਆਤੀ 2 ਬੰਦ ਸਰਵਨ ਕੀਤੇ ਨੇ। ਇੱਕ ਪਦੇ ਦੀ ਵਿਚਾਰ ਬੀਤੇ ਕੱਲ ਹੋਈ ਸੀ, ਅੱਜ 2 ਨੰਬਰ ਪਦੇ ਨੂੰ ਅਸੀਂ ਵਿਚਾਰਾਂਗੇ। ਜੋ ਵਿਚਾਰ ਸੀਗੇ ਉਹ ਬਿਲਕੁਲ ਉਸੇ ਲੜੀ ਵਿੱਚ ਹੀ ਨੇ। ਇੱਕ ਆਤਮਿਕ ਦਸ਼ਾ ਦੀ ਗੱਲ ਹੋ ਰਹੀ ਹੈ, ਇੱਕ ਮਨੁੱਖੀ ਜੀਵਨ ਦੇ ਵਿੱਚ ਅਧਿਆਤਮੀ, ਰੂਹਾਨੀ, ਸਪਿਰਿਚੁਅਲ ਇੱਕ ਅਪਲਿਫਟਿੰਗ ਦੀ ਗੱਲ ਹੋ ਰਹੀ ਹੈ। ਅਤੇ ਉਸ 'ਤੇ ਜਾ ਕੇ ਜੋ ਐਕਸਪੀਰੀਅੰਸ ਹੁੰਦਾ ਆ, ਜਿਸ ਚੀਜ਼ ਨੂੰ ਬੰਦਾ ਇੰਜੋਏ ਕਰਦਾ ਆ, ਉਸ ਬਾਬਤ ਗੁਰੂ ਬਾਬਾ ਜੀ ਸਾਨੂੰ ਕੁਝ ਇੰਝ ਕਹਿ ਲਓ ਕਿ ਇਨਸਾਈਟ ਦੇ ਰਹੇ ਨੇ। ਉਹਦੇ ਉਸ ਸਾਰੇ ਦਾ ਗਾਹਕ ਬਣਾਉਣ ਵਾਸਤੇ ਸਾਨੂੰ ਇੱਕ ਤਰ੍ਹਾਂ ਦਾ ਰੌਸ਼ਨੀ ਦੇ ਰਹੇ ਨੇ। ਜੋ 2 ਨੰਬਰ ਪਦਾ ਆ ਵਿਚਾਰ ਦੀ ਕਰ ਰਹੇ ਹਾਂ। ਸਭ ਕਹਿੰਦੇ ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਘਰ ਮੰਦਰ ਹਟ ਨਾਲੇ ਸੋਹੇ। ਵੈਸੇ ਤੇ ਘਰ ਦਾ ਮਤਲਬ ਹਿਰਦਾ ਘਰ, ਮਨੁੱਖ ਦਾ ਅੰਦਰ ਕਹਿ ਲਵੋ, ਪਰ ਇਸ ਅੰਦਰ ਨੂੰ ਕੈਰੀ ਕੌਣ ਕਰਦਾ ਹੈ? ਆ ਫਿਜ਼ੀਕਲ ਸਟਰਕਚਰ, ਜਿਹੜੀ ਬਾਡੀ ਹੈ ਸਾਡੀ। ਇਸ ਬਾਡੀ, ਇਸ ਜੀਵਨ ਨੂੰ ਅਸੀਂ ਲੈ ਕੇ ਰਹਿੰਦੇ ਕਿੱਥੇ ਹਾਂ? ਜਿਹੜੇ ਸਾਡੇ ਦੁਨਿਆਵੀ ਘਰ ਨੇ। ਅਸੀਂ ਕੰਮਕਾਰ ਕਿੱਥੇ ਕਰਦੇ ਹਾਂ? ਜਿਹੜੀਆਂ ਸਾਡੀਆਂ ਦੁਨਿਆਵੀ ਹੱਟੀਆਂ, ਹਟ ਨਾਲੇ ਨੇ। ਸੋ ਇਹ ਹਰ ਚੀਜ਼ ਇੱਕ ਦੂਜੇ ਨਾਲ ਕੋਰਿਲੇਟ ਕਰਦੀ ਹੈ, ਜਿਸ ਨੂੰ ਇਹ ਕਿਹਾ ਗਿਆ ਨਾ ਕਿ ਜਿਵੇਂ ਸਾਇੰਸ ਵਿੱਚ ਆ ਜਾਈਏ ਤੇ ਆਪ ਅਕਸਰ ਜਿਹੜੇ ਬੜੇ ਨਾਮਵਰ ਸਕਾਲਰ, ਸਾਇੰਟਿਸਟ ਹੈਗੇ ਨੇ, ਜਿਵੇਂ ਆਇਨਸਟਾਈਨ ਵਰਗੇ ਲੋਕ, ਜਿਨ੍ਹਾਂ ਨੇ ਕਿਹਾ, ਜਿਹੜਾ ਜਿਵੇਂ ਇੱਕ ਵੈਬ ਨੈਟ ਦੀ ਗੱਲ ਹੁੰਦੀ ਅੱਜ ਕੱਲ੍ਹ, ਕਹਿੰਦੇ ਕਿ ਸਾਰਾ ਯੂਨੀਵਰਸ ਇੱਕ ਵੈਬ ਨੈਟ ਦੀ ਤਰ੍ਹਾਂ ਜੁੜਿਆ ਹੋਇਆ ਆ। ਇੱਕ ਚੀਜ਼ ਦੂਜੀ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਜੇ ਸਪੋਜ਼ ਕਰੋ, ਇਹਦੀ ਸਿੰਪਲ ਐਗਜ਼ਾਮਪਲ ਕੀਤੀ ਜਾਂਦੀ ਹੈ ਕਿ ਜੇ ਮੈਂ ਆ ਬਾਂਹ ਮੂਵ ਕਰਦਾ ਤਾਂ ਸਾਰਾ ਯੂਨੀਵਰਸ ਮੂਵ ਹੁੰਦਾ ਹੈ, ਕਿਉਂਕਿ ਹਰ ਲੈਵਲ 'ਤੇ ਜਿਹੜਾ ਵਿਜ਼ੀਬਲ ਅਤੇ ਇਨਵਿਜ਼ੀਬਲ ਵੇ ਦੇ ਨਾਲ ਕਨੈਕਟੀਵਿਟੀ ਉਹ ਮੌਜੂਦ ਆ। ਹੁਣ ਇਸ ਅਹਿਸਾਸ 'ਚ ਦੇਖੀਏ ਤੇ ਜੋ ਸਾਡੇ ਅੰਦਰ ਹੈ, ਉਹਦੀ ਮੁਜ਼ਾਹਰਾਕਾਰੀ ਸਾਡੇ ਫਿਜ਼ੀਕਲ ਐਕਸ਼ਨਸ ਵਿੱਚੋਂ ਹੁੰਦੀ ਹੈ। ਜਿੱਥੇ ਇਹ ਫਿਜ਼ੀਕਲ ਐਕਸ਼ਨਸ ਹੁੰਦੇ ਨੇ, ਉੱਥੇ ਇੱਕ ਸੰਸਾਰ ਉਸਰਦਾ ਆ। ਉਸ ਸੰਸਾਰ ਦੇ ਜ਼ਰੀਏ ਸਾਨੂੰ, ਸਾਡੇ ਸਮਾਜ ਨੂੰ, ਸਾਡੇ ਪਰਿਵਾਰ ਨੂੰ ਇੱਕ ਡੈਫੀਨੇਸ਼ਨ ਮਿਲਦੀ ਹੈ, ਇੱਕ ਆਈਡੈਂਟਿਟੀ ਮਿਲਦੀ, ਇੱਕ ਪਹਿਚਾਨ ਮਿਲਦੀ ਹੈ। ਉਹ ਸਾਰੇ ਤੋਂ ਇਹਨੂੰ ਹੀ ਸੱਭਿਆਚਾਰ ਕਿਹਾ ਜਾਂਦਾ ਹੈ, ਇਸੇ ਨੂੰ ਕਲਚਰ ਕਿਹਾ ਜਾਂਦਾ ਹੈ, ਇਸੇ ਨੂੰ ਹੀ ਫੈਮਲੀਜ਼ ਦੀ, ਕਲਚਰਸ ਦੀ, ਉਹ ਨਾਮ, ਸਾਰੇ ਚੀਜ਼ਾਂ ਦੀ ਪਹਿਚਾਨ ਕਹੀ ਜਾਂਦੀ ਹੈ। ਸੋ ਜੇਕਰ ਆਪਾਂ ਨਾਮ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਨਾਮ ਦਾ ਰਾਹ ਹੈ, ਨਾਮ ਦਾ ਜ਼ਾਵੀਆ ਹੈ, ਗੁਰਬਾਣੀ ਉੱਤੇ ਵਾਰ-ਵਾਰ ਐਮਫਸਾਈਜ਼ ਕਰਦੀ ਹੈ। ਜੇ ਮੈਨੂੰ ਹੋਰ ਸਰਲ ਕਰਕੇ ਬਿਆਨ ਕਰਾਂ ਤੇ ਆਪ ਇਸ ਬਾਬਤ ਵਾਕਿਫਤ ਰੱਖਦੇ ਵੀ ਹੋਵੋਗੇ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਹਾਇਰ ਲੈਵਲ ਦਾ, ਮਤਲਬ ਸੋਰਸ ਆਫ ਲਿਟਰੇਚਰ ਸਮਝ ਕੇ ਪੜ੍ਹਿਆ ਜਾਏ, ਜਿਹੜਾ ਸਪਿਰਿਚੁਅਲਿਟੀ ਸਾਨੂੰ ਸਭ ਤੋਂ ਵੱਡੇ ਲੈਵਲ 'ਤੇ ਸੋਝੀ ਦਿੰਦਾ ਹੈ। ਸਾਡੇ ਲਈ ਬੀਇੰਗ ਸਿੱਖ ਅਤੇ ਸਾਡਾ ਲਿਵਿੰਗ ਕਾਰਪੋਰੇਟ ਗੁਰੂ ਹੈ। ਇੱਕ ਅਸੀਂ ਇਸ ਨੂੰ ਗੁਰੂਸ਼ਿਪ ਦੀ ਉਸ ਉਪਾਧੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਾਪਿਤ ਕਰਕੇ ਗਏ, ਅਤੇ ਅਸੀਂ ਉਸ ਨੂੰ ਉਸ ਤਰੀਕੇ ਨਾਲ ਉਹਦੀ ਤਾਬੇਦਾਰੀ ਵਿੱਚ ਆਪਣੇ ਆਪ ਨੂੰ ਰੱਖਦੇ ਹਾਂ। ਪਰ ਸਪੋਜ਼ ਕਰੋ ਜੇ ਕਿਸੇ ਨੇ ਪੜ੍ਹਨਾ ਹੋਏ ਐਕੈਡੈਮਿਕ ਸਾਈਡਸ ਤੋਂ ਕਿਸੇ ਤਰੀਕੇ ਦੇ ਨਾਲ, ਤੇ ਉਸ ਤਰੀਕੇ ਨਾਲ ਵੀ ਪੜ੍ਹਿਆ ਜਾਏ, ਤੇ ਫਿਰ ਪਤਾ ਲੱਗੇਗਾ ਕਿ ਇਹਦੇ 'ਚ ਜਿਹੜੇ ਕੁਝ ਮਜ਼ਮੂਨ ਨੇ, ਸਬਜੈਕਟਸ ਨੇ, ਜਿਹੜੇ ਲਗਾਤਾਰ ਰੈਪੀਟੀਸ਼ਨ ਵਿੱਚ ਚੱਲਦੇ ਨੇ। ਜੇ ਆਪਾਂ ਉਹਨਾਂ ਸਬਜੈਕਟਸ ਨੂੰ ਦੇਖੀਏ ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕੁਝ ਸਬਜੈਕਟਸ ਡੋਮੀਨੇਟ ਕਰਦੇ ਨੇ। ਜਿਵੇਂ ਸਭ ਤੋਂ ਵੱਧ ਜਿਹਦੀ ਡਿਸਕਸ਼ਨ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਹੈਗਾ ਨਾਮ। ਮਤਲਬ ਬਾਣੀ ਵਾਰ-ਵਾਰ ਇੱਕੋ ਗੱਲ ਕਹੀ ਜਾ ਰਹੀ ਹੈ, ਨਾਮ ਜਪੋ, ਨਾਮ ਨਾਲ ਜੁੜੋ, ਨਾਮ ਹੀ ਸਭ ਕੁਝ ਹੈ। ਸੋ ਬੰਦਾ ਕਈ ਵਾਰੀ
ਅਹਿਸਾਸ ਵੀ ਕਰਦਾ ਹੈ ਕਿ ਆਖਰਕਾਰ ਇਹ ਨਾਮ ਦਾ ਜ਼ਾਵੀਆ ਸਾਰੇ ਦਾ ਸਾਰਾ ਜਿਹੜਾ ਹੈ, ਜਿਹਨੂੰ ਈਡੀਐਮ ਕਹਿ ਲਵੋ। ਹਾਂ ਭਾਈ, ਕਿਉਂਕਿ ਜਿਹਦੇ ਵਿੱਚ ਨਾਮ ਆ ਗਿਆ, ਨਾਮ ਵਸ ਗਿਆ, ਨਾਮ ਦਾ ਪ੍ਰਤਾਪ ਫੈਲ ਗਿਆ। ਲਾਈਨ ਇੱਕ ਵਾਰੀ ਫਿਰ ਪੜ੍ਹ ਦੇਣਾ ਮੈਂ ਤੁਹਾਡੇ ਸਾਹਮਣੇ। ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਨਾਮ ਦਾ ਨਿਵਾਸ ਹੋ ਗਿਆ। ਘਰ ਨੂੰ ਹੋਮ, ਮੰਦਰ ਡੈਫੀਨੇਟਲੀ ਮਕਾਨ ਨੂੰ, ਮਤਲਬ ਖਾਸ ਕਰਕੇ ਜਿਹੜਾ ਵੈਲ ਬਿਲਡ ਹਾਊਸ ਹੋਏ ਉਸ ਨੂੰ ਕਹਿ ਲਵੋ। ਹਟਨਾਲੇ ਜਿੱਥੇ ਹੱਟੀਆਂ ਲੱਗਦੀਆਂ ਨੇ, ਬਾਜ਼ਾਰ, ਹਟ ਪੱਟਣ, ਜੋ ਕਾਰੋਬਾਰ ਦੇ ਸਥਾਨ ਨੇ ਸਾਰੇ ਦੇ ਸਾਰੇ। ਸੋਹੇ ਸੋਭਦੇ ਨੇ, ਚੰਗੇ ਲੱਗਦੇ ਨੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਸਾਰੇ ਨਹੀਂ ਸੋਭਦੇ। ਕੰਡੀਸ਼ਨਰ ਇੱਥੇ ਜੇ ਇੱਕ ਕੰਡੀਸ਼ਨਲ ਗੱਲ ਕੀਤੀ ਗਈ, ਕੰਡੀਸ਼ਨ ਇਹ ਹੈ ਜਿੱਥੇ ਆਹ ਚੀਜ਼ ਹੋ ਰਹੀ ਹੈ ਉਹ ਸੋਭਦੇ, ਚੰਗੇ ਲੱਗਦੇ ਨੇ, ਉਹਨਾਂ ਦੇ ਵਿੱਚ ਇੱਕ ਸੋਭਨੀਕ ਬਾਤ ਆਉਂਦੀ ਹੈ। ਸੋ ਇਹ ਅਹਿਸਾਸ ਜਿਹੜਾ ਆ ਗੁਰੂ ਬਾਬਾ ਜੀ ਬਿਆਨ ਕਰਦੇ ਬਾਣੀ ਦੇ ਵਿੱਚ। ਅਤੇ ਆਪ ਬਾਣੀ 'ਚ ਅਕਸਰ ਇਹੋ ਜਿਹੀਆਂ ਚੀਜ਼ਾਂ ਪੜ੍ਹ ਸਕਦੇ ਹੋ। ਕਿਤੇ ਅਸੀਂ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਜਿਵੇਂ ਆਪ ਨੇ ਕਦੀ ਬਚਨ ਪੜ੍ਹਿਆ ਹੋਏ, ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨ ਗੁਰਮੁਖ ਸਿੱਖ ਸੇਵਕ ਅਭਿਆਗਤ ਜਾਏ ਵਰਸਾਥੇ। ਮਤਲਬ ਉਹਨਾਂ ਦੇ ਘਰ, ਮੰਦਰ, ਮਹਿਲ, ਸਰਾਈ ਸਭ ਪਵਿੱਤਰ ਨੇ, ਜਿੱਥੇ ਗੁਰਮੁਖ ਸਿੱਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਜਿੱਥੇ ਇਹਨਾਂ ਦਾ ਵਰਸਾਉਣਾ ਹੁੰਦਾ ਆ। ਮਤਲਬ ਇੱਕ ਬਾਤ ਦੱਸੀ ਜਾ ਰਹੀ ਹੈ, ਇਹ ਐਕਚੁਅਲੀ ਨਾਮ ਦੇ ਜਾਵੀਏ ਦੀ ਗੱਲ ਹੀ ਹੋ ਰਹੀ ਹੈ। ਇਹ ਉਹ ਗੱਲ ਹੋ ਰਹੀ ਹੈ ਜਿਹਦੇ ਵਿੱਚ ਬੰਦੇ ਨੂੰ ਅਹਿਸਾਸ ਹੋਏ ਕਿ ਮੈਂ ਅਕੈਡੈਮਿਕ ਸਾਈਡ ਤੋਂ ਬਾਤ ਕਰ ਰਿਹਾ ਨਾ, ਵੀ ਇਹਨੂੰ ਬੰਦਾ ਇਸ ਤਰੀਕੇ ਨਾਲ ਪੜ੍ਹੇ ਤੇ ਪਤਾ ਲੱਗਿਆ ਵੀ ਨਾਮ ਦੀ ਚਰਚਾ ਬੜੀ ਹੋ ਰਹੀ ਹੈ। ਜਦੋਂ ਨਾਮ ਦੀ ਚਰਚਾ ਇਤਨੀ ਜ਼ਿਆਦਾ ਹੋ ਰਹੀ ਹੈ ਤੇ ਇਹਦੇ ਮਾਇਨੇ ਅੰਡਰਸਟੈਂਡ ਕਰੋ ਕਿ ਮਾਇਨੇ ਕੀ ਬਣ ਰਹੇ ਨੇ ਜਦੋਂ ਆਪਾਂ ਉਸ ਨਾਮ ਦੀ ਚਰਚਾ ਦੀ ਗੱਲ ਕਰ ਰਹੇ ਹਾਂ ਇਸ ਤਰੀਕੇ ਦੇ ਨਾਲ, ਕਿ ਜਿੱਥੇ ਹਾਇਰ ਲੈਵਲ ਦੇ ਅਸੂਲਾਂ ਨੂੰ ਅਡਾਪਟ ਕਰਨ ਵਾਸਤੇ ਸੁਰਤ ਤਿਆਰ ਹੋ ਰਹੀ ਹੈ। ਮਤਲਬ ਸੁਰਤ ਦੀ ਅਸੀਂ ਪ੍ਰੈਪਰੇਸ਼ਨ ਕਰਦੇ ਹਾਂ ਨਾ। ਨਾਮ ਪ੍ਰਾਇਮਰੀ ਸਟੇਜ 'ਤੇ ਇਹਦੀ ਹੈਗੀ ਹੈ ਐਕਸਰਸਾਈਜ਼, ਜਿਹੜੀ ਬਿਲਕੁਲ ਡੀਪ, ਮਤਲਬ ਪਹਿਲੇ ਲੈਵਲ 'ਤੇ ਕੀਤੀ ਜਾਏ। ਆਪ ਦੇਖਦੇ ਹੋ, ਚਲੋ ਡਿਊ ਟੂ ਕੋਵਿਡ ਬਹੁਤ ਸਾਰੀਆਂ ਐਥਲੈਟਿਕ ਐਕਟੀਵਿਟੀਜ਼ ਬੰਦ ਹੋ ਗਈਆਂ। ਹੁਣ ਤਾਂ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਕਿ ਓਲੰਪਿਕ ਇਜ਼ ਆਲਸੋ ਇਨ ਜੈਪਰਡੀ। ਨੈਵਰ ਨੋ ਇਟਸ ਗੋਨਾ ਹੈਪਨ ਔਰ ਨਾਟ, ਬਟ there are so many actually athletics events we enjoy time to time। ਅਤੇ ਉਹਦੇ ਵਿੱਚ ਤੁਸੀਂ ਐਥਲੈਟਿਕਸ ਦੇ ਵਿੱਚ ਪਾਰਟੀਸਪੇਟ ਕਰਨ ਵਾਲੇ ਇੰਡੀਵਿਜੂਅਲਸ ਨੂੰ, ਐਥਲੀਟਸ ਨੂੰ ਦੇਖਦੇ ਹੋ, ਕਮਾਲ ਦੀ ਪਰਫੋਰਮੈਂਸ ਕਰਦੇ ਨੇ, ਰੇਸ ਲਾਉਂਦੇ ਨੇ, ਦੌੜਦੇ ਨੇ, ਨੱਠਦੇ ਨੇ, ਗੇਮਾਂ ਹੁੰਦੀਆਂ ਨੇ, ਗਰੁੱਪ ਗੇਮਸ, ਟੀਮ ਗੇਮਸ ਹੁੰਦੀਆਂ, ਮਤਲਬ ਇਹ ਸਭ ਕੁਝ ਹੁੰਦਾ। ਆਪਾਂ ਦੇਖਦੇ ਹਾਂ ਉਹ ਹਾਇਰ ਲੈਵਲ ਦੀ ਪਰਫੋਰਮੈਂਸ ਉੱਥੇ ਦਿੰਦੇ, ਲੋਕ ਸ਼ਲਾਘਾ ਕਰਦੇ, ਤਾੜੀਆਂ ਮਾਰਦੇ, ਸਭ ਚੀਜ਼ਾਂ ਹੁੰਦੀਆਂ। ਪਰ ਜੇ ਦੇਖਿਆ ਜਾਏ ਤਾਂ ਜਿਹੋ ਜਿਹੀ ਪਰਫੋਰਮੈਂਸ ਅੱਜ ਉਹਨਾਂ ਨੇ ਉੱਥੇ ਦਿੱਤੀ ਹੈ, ਉਹ ਪਰਫੋਰਮੈਂਸ ਘਰੋਂ ਉੱਠ ਕੇ ਆ ਕੇ ਤੋਂ ਦੇ ਗਏ ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਉਹਦੇ ਪਿੱਛੇ ਇੱਕ ਪੂਰਾ ਇਤਿਹਾਸ ਹੈ, ਇੱਕ ਪੂਰੀ ਹਿਸਟਰੀ ਹੈ, ਇੱਕ ਪੂਰਾ ਬੈਕਗਰਾਊਂਡ ਹੈ, ਇੱਕ ਪੂਰੀ ਦੀ ਪੂਰੀ ਮੁਸ਼ੱਕਤ ਹੈ, ਘਾਲ ਹੈ। ਆਪਾਂ ਬਾਣੀ 'ਚ ਹੋਰ ਸ਼ਬਦ ਪੜ੍ਹੀਏ, ਅਸੀਂ ਸ਼ਬਦ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਜੀਵਨ ਦੀ ਘਾਲ ਥਾਂ ਪੈ ਜੇ, ਜੀਵਨ ਦੀ ਮੁਸ਼ੱਕਤ ਥਾਂ ਪੈ ਜੇ, ਉਹਦੇ ਲਈ ਨਾਮ ਦੀ ਮੁਸ਼ੱਕਤ ਨਾਲ ਆ ਜਾਏ। ਅਦਰਵਾਈਜ਼ ਬੰਦੇ ਦਾ, ਪਹਿਲੇ ਬਾਤ ਕੀਤੀ, ਤਿਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ। ਬੰਦੇ ਦੇ, ਜਦੋਂ ਇਹਨੂੰ ਹੋਰ ਸਰਲ ਕਰਨ ਦੀ ਟਰਾਈ ਕਰ ਦੇਣਾ, ਜਦੋਂ ਆਪਾਂ ਦੇਖਦੇ ਹਾਂ ਲੋਕੀ ਗਿਲਟ ਫੀਲ ਕਰਦੇ ਨੇ, ਲੋਕੀ ਕੁਛ ਚੀਜ਼ਾਂ ਲਈ ਬੜੇ ਰਿਮੋਰਸਫੁਲ ਹੁੰਦੇ ਨੇ, ਕੁਝ ਚੀਜ਼ਾਂ ਨੂੰ ਲੋਕੀ ਅਨਡੂ ਕਰਨਾ ਚਾਹੁੰਦੇ ਨੇ, ਕੁਝ ਚੀਜ਼ਾਂ ਨੂੰ ਰੀਡੂ ਕਰਨਾ ਚਾਹੁੰਦੇ ਨੇ, ਕੁਝ ਚੀਜ਼ਾਂ ਨੂੰ ਬਿਲਕੁਲ ਐਲੀਮੀਨੇਟ ਕਰ ਦੇਣਾ ਚਾਹੁੰਦੇ ਨੇ ਆਪਣੇ ਜੀਵਨ ਦੇ ਸਫ਼ਰ ਵਿੱਚੋਂ। ਜਦੋਂ ਪਿੱਛੇ ਜੋੜੀਆਂ ਚੀਜ਼ਾਂ ਵਾਪਰ ਗਈਆਂ, ਘਟਨਾਵਾਂ ਸਭ, ਉਹਦੇ 'ਚ ਕੀ ਹੋਏਗਾ ਆਪ ਸੋਚ ਕੇ ਦੇਖੋ। ਵਟ ਪੀਪਲ ਵਾਂਟ ਟੂ ਐਕਚੁਅਲੀ ਐਲੀਮੀਨੇਟ, ਵਟ ਪੀਪਲ ਵਾਂਟ ਟੂ ਡੋਂਟ ਵਾਂਟ ਟੂ ਸੀ, don't want to talk, don't want to actually revisit, what? ਉੱਥੇ ਹੀ ਕੁਛ ਹੋਏਗਾ।
किते खाना आ, किते पीना आ, किते मिलना आ, किते बोलना आ, यही है सब कुछ, यही जीवन है। किते खाना नापाक लग रहा है, किते पीना नापाक लग रहा है, किते रहना नापाक लग रहा है, किते मिलना नापाक लग रहा है, किते वरतना चंगा नहीं लगा, किते ਇਹੋ ਜਿਹੀਆਂ ਚੀਜ਼ਾਂ ਨੇ। ਉਹ ਬੰਦੇ ਨੂੰ ਖੁਦ ਨੂੰ ਦਿਸਦਾ ਹੈ ਉਹ ਇਹ ਅਪਵਿੱਤ ਹੈ, ਨਾਪਾਕ ਹੈ, ਚੰਗਾ ਨਹੀਂਗਾ। ਐਲੀਮੀਨੇਟ ਹੋ ਜਾਏ ਕਿਸੇ ਤਰੀਕੇ ਨਾਲ। ਮੌਕਾ ਮਿਲੇ ਦੁਬਾਰਾ ਇਹਨੂੰ ਰੀਡੂ ਕਰਾਂ, ਮੌਕਾ ਮਿਲੇ ਇਹਨੂੰ ਅਨਡੂ ਕਰਾਂ। ਇਹੀ ਹੈ, ਇਹੀ ਚੀਜ਼ਾਂ ਬੰਦਾ ਜਿਹੜਾ ਹੈ ਆਪਣੇ ਜੀਵਨ ਸਫ਼ਰ ਜਿਵੇਂ ਚੁੱਕੀ ਜਾਂਦਾ ਤੇ ਫਿਰ ਪਤਾ ਲੱਗਦਾ ਓਹੋ ਮਸ਼ੱਕਤ ਤੇ ਬੇਕਾਰ ਚਲੀ ਗਈ। ਇਹਨੂੰ ਹੋਰ ਇਸ ਨੂੰ ਆਪਾਂ ਅੰਡਰਸਟੈਂਡ ਕਰੀਏ। ਕੋਈ ਜ਼ਿੰਦਗੀ ਖੇਡ ਹੈ, ਅਸਲ ਵਿੱਚ ਇੱਕ ਖੇਡ ਵਾਪਰਦੀ ਹੈ ਅਤੇ ਖੇਡ ਵਿੱਚ ਕੀ ਹੁੰਦਾ ਹੈ, ਬੰਦੇ ਤੋਂ ਜਾਣੇ ਅਣਜਾਣੇ ਮਿਸਟੇਕ ਹੋ ਜਾਂਦੀ ਹੈ। ਗੇਮ ਇਜ਼ ਹੈਪਨਿੰਗ ਐਂਡ ਪਰਸਨ ਐਕਚੁਅਲੀ have done some sort of mistake, some sort of error. ਜਿੰਨੀ ਜਲਦੀ ਉਸ ਐਰਰ ਤੋਂ ਉਹ ਬਾਹਰ ਨਹੀਂ ਆਉਂਦਾ, ਉਸ ਮਿਸਟੇਕ ਤੋਂ ਬਾਹਰ ਨਹੀਂ ਆਉਂਦਾ, ਉੱਥੋਂ ਪ੍ਰੋਪਰ ਲਰਨ ਨਹੀਂ ਕਰਦਾ ਅਤੇ ਦੁਬਾਰਾ ਉਹੋ ਜਿਹੀ ਮਿਸਟੇਕ ਨਾ ਹੋਏ ਉਹਦੇ ਬਾਰੇ ਅੰਡਰਸਟੈਂਡ ਨਹੀਂ ਕਰਦਾ, ਉਹ ਜਿਹੜੀ ਰਹਿੰਦੀ ਗੇਮ ਆ ਉਹਨੂੰ ਇੰਜੋਏ ਨਹੀਂ ਕਰ ਪਾਏਗਾ, ਉਹਨੂੰ ਪਰਫਾਰਮ ਨਹੀਂ ਕਰ ਪਾਏਗਾ। ਜੇ ਉਸੇ ਚੀਜ਼ ਸਟਕ ਹੋ ਗਿਆ ਤਾਂ ਹੋਏਗਾ ਕਿ ਜੋ ਐਰਰ ਹੋ ਗਿਆ, ਜੋ ਮਿਸਟੇਕ ਹੋ ਗਈ ਉਹ ਤਾਂ ਹੋ ਗਈ ਆਲਰੇਡੀ, ਦੈਟ ਇਜ਼ ਹਿਸਟਰੀ। ਬਟ ਹੁਣ ਦਾ ਜਿਹੜਾ ਪਰਛਾਵਾਂ ਸ਼ੈਡੋ ਹੈ ਉਹ ਨਾਲ ਜਾ ਰਹੀ ਹੈ। ਹੁਣ ਵਾਰ-ਵਾਰ ਰਿਮੋਰਸ ਆ ਰਿਹਾ ਹੈ, ਗਿਲਟ ਆ ਰਿਹਾ ਹੈ, ਫਰਸਟ੍ਰੇਸ਼ਨ ਹੋ ਰਹੀ ਹੈ, ਕੈਮੀਕਲ ਬਦਲ ਰਹੇ ਨੇ, ਹਾਲਤ ਇਹ ਬਣ ਗਈ ਹੈ। ਉਸ ਇੱਕ ਐਰਰ ਨੇ ਬਾਕੀ ਸਾਰੇ ਕੰਮ ਖਰਾਬ ਕਰਤਾ। ਜੀਵਨ ਦੇ ਵਿੱਚ ਜਿਹਨੂੰ ਅਸੀਂ ਅੱਜ ਕੱਲ੍ਹ ਤੇ ਨਾਮ ਬੜੇ ਦੇ ਦਿੱਤੇ ਨਾ, ਬੜੇ ਸਫਿਸਟੀਕੇਟਡ ਅਤੇ ਬੜੇ ਗਲੈਮਰਾਈਜ਼ ਨਾਮ ਆ ਗਏ। ਕੋਈ ਮੈਂਟਲ ਹੈਲਥ ਵਿੱਚ ਡਿਸਆਰਡਰਸ ਕਹਿ ਦਿੰਦੇ ਹਾਂ ਕਈਆਂ ਨੂੰ ਅਸੀਂ। ਫਿਰ ਅਗਾਂਹ ਉਹਨਾਂ ਦੀ ਕੈਟਾਗਰੀਜ਼ ਬਣਾ ਦਿੱਤੀ ਗਈ। ਐਨਗਜ਼ਾਇਟੀ ਹੈ, ਸੋਸ਼ਲ ਐਨਗਜ਼ਾਇਟੀ ਹੈ, ਨੋਰਮਲ ਐਨਗਜ਼ਾਇਟੀ ਹੈ, ਵਰਕ ਐਨਗਜ਼ਾਇਟੀ ਹੈ, ਸਮ ਸੋਰਟ ਆਫ ਅਦੀਆਂ ਹੋਰ ਕੈਟਾਗਰਾਈਜ਼ ਕਰ ਦਿੱਤਾ ਗਿਆ। ਉਹਨੂੰ ਡਿਪਰੈਸ਼ਨ ਦਾ ਨਾਂ ਦੇ ਦਿੱਤਾ ਗਿਆ। ਫਿਰ ਉਹਦੇ ਕਈ ਅਗਾਂਹ ਗਰੁੱਪ ਬਣਾ ਦਿੱਤੇ ਗਏ। ਪਰ ਹੈ ਕੀ ਹੈ ਤਾਂ ਮਾਇੰਡ ਹੈ, ਮਨ ਹੈ, ਹੋਰ ਤਾਂ ਕੁਛ ਵੀ ਨਹੀਂ। ਅਤੇ ਮਾਇੰਡ ਦੇ ਪਿੱਛੇ ਕੀ ਹੈ, ਕੁਝ ਮੈਮਰੀਜ਼ ਨੇ, ਕੁਝ ਖਿਆਲ ਨੇ, ਕੁਝ ਸੰਸਕਾਰ ਟ੍ਰੇਟਸ ਨੇ, ਕੁਝ ਲਰਨ ਕੀਤੇ ਨੇ, ਕੁਝ ਆਪ ਹੀ ਆ ਗਏ ਨੇ, ਕੁਝ ਮੈਂ ਐਫਰਟ ਪਾ ਕੇ ਲਿਆਂਦੇ ਨੇ, ਕੁਝ ਇਨਵਾਇਰਮੈਂਟ ਨੇ ਮੇਰੇ 'ਤੇ ਫੋਰਸ ਕਰ ਦਿੱਤੇ ਨੇ। ਇਹੀ ਸਭ ਕੁਛ ਹੈ। ਹੁਣ ਇਸ ਸਾਰੇ ਦੇ ਵਿੱਚ ਬੰਦਾ ਕਹੇ ਕਰਨਾ ਕੀ ਹੈ। ਬਾਬਾ ਜੀ ਨੇ ਕਿਹਾ ਕਿਉਂ ਨਹੀਂ ਨਾਮ ਨੂੰ ਫੋਲੋ ਕਰ ਲੈਂਦਾ। ਹੁਣ ਨਾਮ ਨੂੰ ਫੋਲੋ ਕਰਨਾ ਵੈਸੇ ਤੇ ਬਾਣੀ ਕਹਿੰਦੀ ਹੈ ਕਿ ਜੀਵਨ ਹੀ ਨਾਮ ਨਾਲ ਸ਼ੁਰੂ ਹੋਏ ਅਤੇ ਨਾਮ ਨਾਲ ਮੁੱਕ ਜਾਏ। ਜੇ ਅਸੀਂ ਪੁੱਛੀਏ ਨਾ ਕਿ ਨਾਮ ਰੱਬ ਦਾ ਆ, ਰਾਮ ਦਾ, ਰਮੇ ਹੋਏ ਦਾ, ਉਸ ਹਸਤੀ ਦਾ ਜਿਹੜੀ ਜ਼ਰਰੇ ਜ਼ਰਰੇ 'ਚ ਮੌਜੂਦ ਆ, the force which is happening everywhere, which is omnipresent, ਠੀਕ। ਉਹਦੇ ਨਾਲ ਜੇ ਮੈਂ ਆਪਣੇ ਆਪ ਨੂੰ ਅੰਗੇਜ ਹੀ ਕਰਨਾ ਆ, I want to get connected toward that force, toward that oneness. Or anyone wants to connect it to that force. ਬਾਬਾ ਜੀ ਵੇਅਰ ਟੂ ਸਟਾਰਟ। ਤਾਂ ਬਹੁਤ ਸਾਰੇ ਸ਼ਬਦ ਪੜ੍ਹੋਗੇ ਬਾਣੀ ਦੇ 'ਚ। ਬਾਣੀ ਕਹਿੰਦੀ ਹੈ ਰਾਮ ਜਪੋ ਜੀ ਐਸੇ ਐਸੇ, ਕਿਵੇਂ ਜੀ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੂ ਆਰ ਧਰੂ ਐਂਡ ਪ੍ਰਹਿਲਾਦ। ਬੜੀ ਛੋਟੀ ਉਮਰ ਦੇ ਭਗਤ, ਬਚਪਨ ਲਗਾਓ ਇਸ ਪਾਸੇ। ਜਿੰਨੀ ਜਲਦੀ ਨਾਮ ਦਾ ਰਾਹ ਫੜੋਗੇ ਸਹੀ ਹੋ ਜਾਏਗਾ, ਸੌਖਾ ਹੋ ਜਾਏਗਾ। ਸੋ ਇਹ ਚੀਜ਼ ਕੀਤੀ ਗਈ ਹੈ। ਫਿਰ ਚਲੋ ਬਚਪਨ 'ਤੇ ਲਗਾਉਣਾ ਆ, ਅਤੇ ਕਦੋਂ ਤੱਕ ਬੰਦੇ ਨੇ ਮਤਲਬ ਇਸ ਪਾਸੇ ਇਸ ਰਾਹ ਦੇ ਉੱਤੇ ਤੁਰਦੇ ਰਹਿਣਾ ਆ। ਗੁਰੂ ਸਾਹਿਬ ਨੇ ਕਿਹਾ ਕਰ ਬੰਦੇ ਤੂੰ ਬੰਦਗੀ, ਕਦੋਂ ਤੱਕ ਮਹਾਰਾਜ, ਜਿਚਰ ਘਟ ਮੈਂ ਸਾਹ, until
वन टेक्स लास्ट ब्रैथ। सो ये है नाम का ये राह आ। फिर ये भी है, देखो ਇਹਦੀ ਮਕੈਨਿਜ਼ਮ ਸਾਈਡ ਦੀ ਕਈ ਵਾਰੀ ਬੜੀ ਗੱਲ ਹੁੰਦੀ ਹੈ, ਜਪਣਾ ਕਿਵੇਂ ਹੈ, ਹਾਊ ਟੂ ਡੂ ਮੈਡੀਟੇਸ਼ਨ, ਹਾਊ ਟੂ ਚੈਂਟ ਰੱਬ ਜੀ ਦਾ ਨਾਮ, ਹਾਊ ਟੂ ਗੈਟ ਇੰਗੇਜਡ ਇਨ ਦੀਜ਼ ਐਕਟੀਵਿਟੀਜ਼। ਕਈ ਵਾਰੀ ਇਹਦੇ ਬਹਿਸ ਮੁਬਾਲਸੇ 'ਚ ਹੀ ਬੰਦਾ ਬੜਾ ਇਨਵੋਲਵ ਰਹਿ ਜਾਂਦਾ ਆ। ਗੁਰੂ ਸਾਹਿਬ ਇਸ ਨੂੰ ਬੜੇ ਮਤਲਬ ਜਿਹਨੂੰ ਕਿਹਾ ਜਾਏ ਕਿ ਬੜੇ ਵੈਰਾਈਟੀਫੁਲ ਵੇ ਦੇ ਨਾਲ ਬੜਾ ਇਹਦਾ ਪਾਥ ਬੜਾ ਵੈਰੀ ਕਰਕੇ ਸਮਝਾਉਂਦੇ। ਕਿਤੇ ਐਸਾ ਵੀ ਹੈ, ਅਸੀਂ ਸ਼ਬਦ ਪੜ੍ਹਦੇ ਹਾਂ, ਖਰੇ ਖਰੋਏ ਉਠਤ ਬੈਠਤ ਹਰ ਹਰ ਨਾਮ ਧਿਆਵੈ ਕੋ, ਬਹਿੰਦਿਆਂ ਉੱਠਦਿਆਂ ਖਲੋਂਦਿਆਂ ਹਰ ਵਕਤ। ਮਤਲਬ ਇਹ ਕਿ ਕੋਈ ਸਮਾਂ ਵੀ ਐਸਾ ਨਾ ਹੋਏ, ਕਿਤੇ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਐਟਲੀਸਟ ਆਹ ਤੇ ਕੀਤਾ ਜਾਏ ਨਾ, ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ, ਤਿਨਾਂ ਦਰੀਆਂ ਵਾਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਕਿਤੇ ਦੱਸਿਆ ਜਾਂਦਾ ਹੈ ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਤੇ ਆਏ, ਆ ਸਮਾਂ ਸੰਭਾਲ, ਇਹਦੀ ਕੇਅਰ ਕਰ, ਇਹ ਨਾ ਗਵਾਈ ਕਿਤੇ। ਇੱਕ ਪਾਸੇ ਕਿਆ ਉੱਠਦਿਆਂ ਬੈਠਿਆਂ ਖਲੋਂਦਿਆਂ ਹਰ ਵਕਤ ਇਸ ਪਾਸੇ ਜਾਣ, ਇੱਕ ਪਾਸੇ ਕਿਹਾ ਗਿਆ ਆ ਸਪੈਸੀਫਿਕ ਟਾਈਮ ਜਿਹੜੇ ਨੇ, ਸਵੇਰ ਹੈ ਸ਼ਾਮ ਹੈ, ਇਹ ਨਾ ਗਵਾਚ ਜਾਏ। ਐਕਚੁਅਲ ਲੈਵਲ ਤੇ ਗੱਲ ਇਹ ਹੈ, ਕੋਈ ਸਟ੍ਰੈਟਜੀ ਸਾਡੇ ਵਾਸਤੇ ਕੰਮ ਕਰੇ, ਜੇ ਹੋਰ ਕੋਈ ਵੀ ਨਾ ਕੰਮ ਕਰੇ, ਸੰਗਤ ਤੇ ਜ਼ਰੂਰ ਕੰਮ ਕਰੇਗੀ। ਇੱਕ ਯੂਨੀਵਰਸਲ ਇੱਕ ਅਪਰੋਚ ਆ ਇਹ, ਸੰਗਤ ਹੀ ਸਾਡੇ ਜਿਹੋ ਜਿਹਾ ਸਾਡਾ ਆਲਾ ਦੁਆਲਾ ਆ, ਜਿਵੇਂ ਤੁਹਾਨੂੰ ਸਵੇਰ ਤੋਂ ਸ਼ਾਮ ਤੱਕ ਲੋਕ ਫੀਡ ਕਰਦੇ ਨੇ, ਜਿਹੋ ਜੀ ਜਮਾਤ ਕਲਾਸ ਵਿੱਚ ਤੁਸੀਂ ਬੈਠਦੇ ਹੋ, ਜਿੱਥੇ ਤੁਹਾਡਾ ਬਹੁਤ ਗਹਿਰਾ ਬਹੁਤ ਡੀਪ ਬਿਲੀਵ ਹੁੰਦਾ ਆ, ਉਹ ਚੀਜ਼ਾਂ ਜਿਹੜੀਆਂ ਨੇ ਉਸ ਲੈਵਲ 'ਤੇ ਅੰਗੇਜ ਹੁੰਦੀਆਂ ਜਾਂਦੀਆਂ ਨੇ। ਸੋ ਇਹ ਨਾਮ ਦੇ ਜਾਵੀਏ ਨੇ, ਨਾਮ ਦੀ ਤਰੀਕੇਕਾਰਤਾ ਹੈ ਸਾਰੇ ਦੀ ਸਾਰੀ। ਨਾਮ ਵਰਤੇਗਾ, ਰਵੇਗਾ। ਰਵੇਗਾ ਕਿਵੇਂ? ਤੁਹਾਡੀ ਸੁਰਤ ਵਿੱਚ, ਜ਼ਹਿਨੀਅਤ ਵਿੱਚ, ਤੁਹਾਡੇ ਜਿਹਨੂੰ ਮਾਈਂਡ ਸੈੱਟ ਕਹਿੰਦੇ ਹਾਂ ਅਸੀਂ, ਐਕਚੁਅਲ ਲੈਵਲ 'ਤੇ ਉਹਦੇ 'ਚ ਕੁਝ ਪ੍ਰਭਾਵ ਪਏਗਾ। ਉਹ ਫਿਰ ਤੁਹਾਡੀ ਸੋਚ ਦੇ ਜ਼ਰੀਏ ਹੌਲੀ ਹੌਲੀ ਪ੍ਰਵਿਰਤ ਹੋਏਗਾ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚ, ਤੁਹਾਡੇ ਜੀਵਨ ਦੇ ਅਮਲ ਅਮਾਲ ਦੇ ਵਿੱਚ। ਅਤੇ ਫਿਰ ਜਿੱਥੇ ਉਹ ਸਰੀਰ ਰਹਿ ਰਿਹਾ ਹੈ, ਜਿੱਥੇ ਉਹ ਜਿਹੀ ਸੋਚ ਦਾ ਮਾਲਕ ਬੰਦਾ ਤੁਰਦਾ ਆ, ਵਿਚਰਦਾ ਆ, ਕਾਰਜਸ਼ੀਲ ਹੁੰਦਾ ਆ, ਉਹ ਜਗ੍ਹਾ ਵੀ ਸੋਭ ਨਹੀਂ ਹੋਏਗੀ। ਹੋਰ ਸ਼ਬਦ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਵਿੱਚੋਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮੇਰਾ ਗੁਰੂ ਬੈਠਦਾ ਜਾ ਕੇ ਉਹ ਥਾਂ ਸੁਹਾਵੀ ਹੋ ਜਾਂਦੀ ਹੈ। ਤੇ ਗੁਰੂ ਸ਼ਬਦ ਹੈ, ਅੱਖਰ ਨੇ, ਬਚਨ ਨੇ, ਖਿਆਲ ਨੇ, ਬੋਲ ਨੇ। ਜੇ ਆ ਪੇਪਰ ਹੈ ਕਿਸੇ ਫੈਕਟਰੀ 'ਚ ਹੀ ਬਣਿਆ, ਸੇਮ ਮਟੀਰੀਅਲ ਤੋਂ, ਉਸੇ ਮਟੀਰੀਅਲ ਤੋਂ ਜਿਸ ਤੋਂ ਸਾਰੇ ਪੇਪਰ ਬਣਦਾ ਹੈ, ਬਣ ਕੇ ਕੁਝ ਪੇਪਰ ਕੱਟ ਕੇ ਇਹ ਜੋ ਸਾਡੇ ਅੰਮ੍ਰਿਤਸਰ ਸਾਡੀ ਪ੍ਰੈਸ ਹੈਗੀ, ਭਾਵੇਂ ਉਹ SGPC ਓਨ ਕਰਦੀ ਹੈ, ਕੁਝ ਪ੍ਰਾਈਵੇਟ ਪਬਲਿਸ਼ਰਸ ਓਨ ਕਰਦੇ ਨੇ, ਉਹਨਾਂ ਕੋਲ ਪਹੁੰਚ ਗਿਆ। ਉਹਨਾਂ ਨੇ ਇਸ ਪੇਪਰ ਨੂੰ ਕੱਟ ਕੇ ਇਹਦੇ ਨਾਲ ਛਾਪੇਖਾਨੇ ਦੇ ਉੱਤੇ ਲਗਾ ਕੇ ਅੱਖਰ ਲਿਖ ਦਿੱਤੇ, ਗੁਰਬਾਣੀ ਲਿਖ ਦਿੱਤੀ। ਜਿਸ ਨੂੰ ਖੋਲ੍ਹਣ ਲੱਗਿਆ ਵੀ ਮੱਥਾ ਟੇਕਦੇ ਹਾਂ, ਬੰਦ ਕਰਨ ਲੱਗਿਆ ਵੀ ਸ਼ੁਕਰ ਕਰਦੇ ਹਾਂ, ਮੱਥੇ ਨੂੰ ਲਗਾਉਂਦੇ ਹਾਂ, ਬਕਾਇਦਾ ਤੌਰ 'ਤੇ ਕੱਪੜੇ ਵਿੱਚ ਪਾ ਕੇ ਰੱਖਦੇ ਹਾਂ, ਕੱਪੜਾ ਰੁਮਾਲਾ ਉੱਤੇ ਰੱਖਿਆ ਆ, ਸਾਰਾ ਕੁਛ ਇਹ ਸਭ ਚੀਜ਼ਾਂ ਅਸੀਂ ਦੇਖਦੇ ਹਾਂ। ਜੇ ਇਹ ਲਫ਼ਜ਼, ਇਹ ਅਲਫਾਜ਼, ਇਹ ਅੱਖਰ ਸਾਨੂੰ ਇੰਨੇ ਸਤਿਕਾਰਤ ਲੱਗਦੇ ਨੇ, ਇਹਨਾਂ ਸਾਨੂੰ ਪਤਾ ਹੈ ਕਿ ਬੜੇ ਵਾਈਜ਼, ਮੈਨੂੰ ਕਿਹਾ ਜਾਏ ਕਿ ਇੱਕ ਇਨਫਿਨਿਟ ਲੈਵਲ ਦੀ ਵਿਜ਼ਡਮ, ਜਿਹਦੀ ਕੋਈ ਮੈਜਰ ਵੀ ਨਹੀਂ ਕਰ ਸਕਦਾ, ਉਹ ਪਈ ਹੈ। ਜੇ ਸਪੋਜ਼ ਕਰੋ ਇਹ ਕਾਗਜ਼ 'ਤੇ ਲਿਖੀ ਗਈ, ਇੰਨੀ ਰਿਸਪੈਕਟ, ਇੰਨਾ ਸਭ ਕੁਝ ਹੈ, ਜਿਸ ਖਿਆਲਾਂ ਵਿੱਚ ਚਲੀ ਗਈ, ਜਿਹਦੇ ਹਿਰਦੇ 'ਚ, ਜਿਹਦੇ ਜੀਵਨ ਦਾ ਧਾਰ ਬਣ ਗਈ ਹੈ, ਉਹਦਾ ਕੀ ਹਾਲ ਹੋਏਗਾ? ਬਿਲਕੁਲ ਉੱਥੇ ਹੀ। ਕਿਤੇ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਬੰਦਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ।
ਬੰਦੇ 'ਚ ਪੋਸੀਬਿਲਿਟੀ ਹੈ, ਬੰਦਾ ਬਹੁਤ ਪਵਿੱਤਰ, ਬੜਾ ਪਾਕ, ਬੜਾ ਸਾਫ਼, ਬੜਾ ਚੰਗੇਰਾ ਦੇਵਤਾ ਹੋ ਸਕਦਾ ਹੈ, ਬਿਲਕੁਲ ਡਿਵਾਈਨ ਬਿਹੇਵੀਅਰ ਨੂੰ ਅਡਾਪਟ ਕਰ ਸਕਦਾ ਹੈ, ਉਸ ਨੂੰ ਉਹਦੀ ਡੈਮੋਸਟ੍ਰੇਸ਼ਨ ਕਰ ਸਕਦਾ ਹੈ। ਇਹ ਪੋਸੀਬਿਲਿਟੀ ਹੈ ਬੰਦੇ ਦੇ ਵਿੱਚ, ਪਰ ਬੰਦੇ ਨੂੰ ਖੁਦ ਅਹਿਸਾਸ ਨਹੀਂਗਾ। ਘਰ ਹੀ ਮੈਂ ਅੰਮ੍ਰਿਤ ਹੀ ਅੰਮ੍ਰਿਤ ਹੈ, ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣਾ। ਮਿਰਗ ਦੀ ਨਾਭ ਦੇ ਵਿੱਚ, ਉਹਦੀ ਬੈਲੀ ਦੇ ਵਿੱਚ ਬਹੁਤ ਮਹਿਕ ਦੇਣ ਵਾਲਾ, ਖੁਸ਼ਬੂ ਦੇਣ ਵਾਲਾ ਇੱਕ ਪਦਾਰਥ ਹੁੰਦਾ ਜਿਹਨੂੰ ਕਸਤੂਰੀ ਕਿਹਾ ਜਾਂਦਾ ਆ। ਉਹਨੂੰ ਕੋਈ ਆਈਡੀਆ ਨਹੀਂ ਹੁੰਦਾ ਉਹ ਕੀ ਹੈ। ਕਈ ਵਾਰ ਉਹਨੂੰ ਖੁਸ਼ਬੂ ਵੀ ਆਉਂਦੀ, ਉਹ ਪਾਗਲ ਹੋਇਆ ਭੱਜਾ ਫਿਰਦਾ ਸੱਜੇ ਖੱਬੇ। ਬੰਦੇ ਦੀ ਐਕਚੁਅਲ ਲੈਵਲ ਤੇ ਇਹੀ ਦਸ਼ਾ ਆ। ਉਹ ਜਿਸ ਖੁਸ਼ੀ ਨੂੰ, ਜਿਸ ਸੁੱਖ ਨੂੰ ਮਤਲਬ ਲੱਭਣ ਲਈ ਬਹੁਤ ਕਾਹਲਾ ਪਿਆ ਤੇ ਬੜਾ ਕਮਲਾ ਹੋਇਆ, ਉਹ ਸੋਚਦਾ ਆ ਮੇਰੇ ਆਲੇ ਦੁਆਲੇ ਦੇ ਹਾਊਸ ਹੋਲਡਸ, ਉਹਨਾਂ 'ਚ ਖੁਸ਼ੀ ਨੱਚਦੀ ਏ, ਮੇਰੇ ਘਰ ਕਲੇਸ਼ ਕਿਉਂ ਨੱਚਦਾ ਆ। ਲੋਕ ਉਸ ਖੁਸ਼ੀ ਦੇ ਮੰਜ਼ਰ ਨੂੰ ਮਾਣਦੇ, ਮੈਂ ਕਿਉਂ ਨਹੀਂ ਮਾਣ ਪਾ ਰਿਹਾ। ਹਾਲਾਂਕਿ ਯੂਨੀਵਰਸਲ ਸਾਈਡ ਤੋਂ ਬਾਣੀ ਇਹ ਵੀ ਕਹਿੰਦੀ ਹੈ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਇਹ ਵੀ ਸੱਚਾਈ ਹੈ, ਪਰ ਕਈ ਵਾਰ ਬੰਦਾ ਸੋਚਦਾ, ਕੰਪੈਰੀਜ਼ਨ ਕਰਦਾ ਇਹਨਾਂ ਚੀਜ਼ਾਂ ਦੇ ਬਾਬਤ। ਸਭ ਕਹਿੰਦੇ ਸੱਚੀ ਖੁਸ਼ੀ, ਸੱਚਾ ਸੁੱਖ ਤੂੰ ਮੰਨਣਾ ਚਾਹੁੰਦਾ ਹੈ, ਉਹ ਤੇਰੇ ਜ਼ਰੀਏ ਵਾਪਰਨਾ, ਤੇਰੇ ਜ਼ਰੀਏ ਪ੍ਰਾਪਤ ਹੋਣਾ ਆ। ਇਹਦੇ 'ਚ ਜੇ ਆਪ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਂਕ ਰੱਖਦੇ ਹੋਵੋ, ਤੇ ਮੈਂ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਸੁਜੈਸਟ ਕਰਦਾ ਹੁੰਦਾ ਅਕਸਰ। ਪ੍ਰਿੰਸੀਪਲ ਤੇਜਾ ਸਿੰਘ ਦੀ ਇੱਕ ਬੜਾ ਸ਼ਾਹਕਾਰ ਰਚਨਾ ਹੈ ਉਹਨਾਂ ਦੀ, ਘਰ ਦਾ ਪਿਆਰ, ਪੜ੍ਹਨ ਵਾਲਾ ਆ। ਜਿਹੜਾ ਬਚਨ ਹੈ ਨਾ ਇੱਥੇ, ਘਰ ਮੰਦਰ ਹਟ ਨਾਲੇ ਸੋ ਹੈ, ਜਿਸ ਵਿੱਚ ਨਾਮ ਨਿਵਾਸੀ ਰਾਮ। ਜਾਂ ਅਸੀਂ ਗੁਰੂ ਸਾਹਿਬ ਦੇ ਕੁਝ ਸ਼ਬਦਾਂ ਨੂੰ ਵਿਚਾਰ ਰਹੇ ਸੀਗੇ, ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਘਰ ਮੰਦਰ ਮਹਿਲ ਪਵਿੱਤਰ ਹੋ ਗਏ। ਪਵਿੱਤਰ ਮਤਲਬ ਪਿਓਰ, ਸੁਪੀਰੀਅਰ, ਜਿਹਨਾਂ ਨੂੰ ਕਿਹਾ ਜਾਏ, ਜਿਨ੍ਹਾਂ ਦੀ ਬਿਲਕੁਲ ਕਲਿੰਜਿੰਗ ਹੋ ਗਈ। ਇਹ ਕਿਵੇਂ ਹੋ ਗਿਆ? ਇਹ ਤਾਂ ਹੋਇਆ ਕਿਉਂਕਿ ਜਿੱਥੇ ਰਹਿਣ ਵਾਲੇ ਬੰਦੇ ਸਾਫ਼ ਹੋ ਗਏ। ਗੰਦਗੀ, ਇਹ ਬਾਹਰ ਕੁਝ ਗੰਦਗੀ ਨਹੀਂ ਹੁੰਦੀ ਇੱਥੇ, ਬਲਕਿ ਬਹੁਤ ਜ਼ਿਆਦਾ ਜਿੱਥੇ ਸਫਾਈ ਲਿਆਉਣ ਦੀ ਟਰਾਈ ਕੀਤੀ ਕਿ ਉਹਨਾਂ ਨੇ ਬਲਕਿ ਧਰਤੀ ਸਾਰੀ ਗੰਦੀ ਕਰਤੀ। ਜਿੰਨਾ ਕੈਮੀਕਲ ਯੂਜ਼ ਲੋਕੀ ਕਰਦੇ ਜ਼ਿਆਦਾ ਸਫਾਈ ਕਰਨ ਵਾਸਤੇ। ਕੋਵਿਡ-19 ਇਸ ਜਿਹੜੀਆਂ ਚੀਜ਼ਾਂ, ਤੁਸੀਂ ਕਈ ਵਾਰੀ ਮੂਵੀਜ਼ ਵਗੈਰਾ ਦੇਖਦੇ ਹੋ, ਕਾਫੀ ਸਮੇਂ ਤੋਂ ਜੁਰਾਸਿਕ ਪਾਰਕ ਤੋਂ ਮੇਰੇ ਖਿਆਲ 'ਚ ਇਹ ਕੰਮ ਚੱਲ ਰਿਹਾ ਹੈ। ਕੋਈ ਇਹੋ ਜਿਹੇ ਜਿਹੜਾ ਆ ਐਨੀਮਲਸ ਬਣਾ ਲਏ ਜਾਣਗੇ, ਜਾਂ ਕੋਈ ਸੁਪਰ ਬਗਜ਼ ਆ ਜਾਣਗੇ ਜਿਹੜੇ ਹਿਊਮਨ ਜਿਹੜੀ ਐਗਜ਼ਿਸਟੈਂਸ ਇਹਨੂੰ ਜੈਪਟਾਈਜ਼ ਕਰ ਦੇਣਗੇ, ਇਹਨੂੰ ਇਨ ਡੇਂਜਰ ਪਾ ਦੇਣਗੇ। ਇਹ ਸਭ ਚੀਜ਼ਾਂ ਹੋਈਆਂ, ਨੋ ਡਾਊਟ। ਸੁਪਰ ਬਗ ਤੇ ਆ ਗਏ ਨੇ ਆਲਰੇਡੀ। ਸਾਰਸ ਤੋਂ ਲੈ ਕੇ ਲਗਾਤਾਰ ਅਸੀਂ ਦੇਖ ਰਹੇ ਹਾਂ ਆ ਸੁਪਰ ਬਗ ਹੈ। ਹੁਣ ਸੁਪਰ ਬਗ ਨੇ ਥੋੜ੍ਹਾ ਹੋਰ ਰੂਪ ਵਟਾ ਲਿਆ, ਉਹ ਹੋਰ ਹਾਈ ਸੁਪਰ ਹੋ ਗਿਆ, ਹੋਰ ਜਿਹੜਾ ਹੈਗਾ ਸੁਪੀਰੀਅਰ ਹੋ ਗਿਆ, ਜਦੋਂ ਨਵੇਂ ਵੇਰੀਐਂਟਸ ਆ ਰਹੇ ਨੇ ਕੋਵਿਡ-19 ਦੇ ਵਿੱਚ। ਐਕਚੁਅਲ ਲੈਵਲ 'ਤੇ ਜੇ ਦੇਖੀਏ ਤੇ ਬੰਦੇ ਦੀ ਜਿਹੜੀ ਬਹੁਤ ਜ਼ਿਆਦਾ ਕੈਮੀਕਲ ਇੰਟਰਵੈਂਸ਼ਨ ਆ ਇਸ ਸੰਸਾਰ ਨੂੰ ਸਫਾ ਕਰਨ ਵਾਸਤੇ, ਚੰਗਾ ਕਰਨ ਵਾਸਤੇ, ਉਹਨੇ ਜ਼ਿਆਦਾ ਅਲਾਮਤ ਕ੍ਰੀਏਟ ਕੀਤੀ ਹੈ। ਨੇਚਰ ਤੋਂ ਜਿੰਨਾ ਅਸੀਂ ਜ਼ਿਆਦਾ ਦੁਰਾਡੇ ਹੋਏ ਹਾਂ। ਸਾਡੇ ਇੱਥੇ ਕੈਨੇਡਾ ਦੀ ਗੱਲ ਕਰੀਏ, ਇੱਥੇ ਜਿਹੜੇ ਲੋਕ ਥੋੜ੍ਹਾ ਸਮਾਂ ਰਹਿੰਦੇ ਨੇ, ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਮੀਗ੍ਰੈਂਟਸ ਪਾਪੂਲੇਸ਼ਨ ਕਾਫੀ ਆਉਂਦੀ ਹੈ, ਸਾਡੇ ਕੋਲ ਬੜੇ ਹੈਲਦੀ ਲੋਕ ਆਉਂਦੇ ਨੇ, ਪਰ ਜਦੋਂ ਇੱਥੇ ਰਹਿੰਦੇ ਨੇ ਲੰਬਾ ਸਮਾਂ, ਉਹਨਾਂ ਦਾ ਲਾਈਫ ਸਟਾਈਲ ਉਹਨਾਂ ਨੂੰ ਅਨਹੈਲਦੀ ਕਰ ਦਿੰਦਾ। ਸੋ ਇੱਕ ਲੈਵਲ ਤੋਂ ਹੈਲਦੀ ਸੀਗੇ, ਹੁਣ ਇੱਕ ਲੈਵਲ 'ਤੇ ਰਹਿ ਕੇ ਅਨਹੈਲਦੀ ਹੋ ਗਏ। ਅਤੇ ਤੁਸੀਂ ਦੇਖ ਸਕਦੇ ਹੋ ਉਹਦਾ ਵੱਡਾ ਕੰਟਰੀਬਿਊਸ਼ਨ ਉਹਨਾਂ ਦੇ ਜੀਨਸ ਨਹੀਂ ਪਾਉਂਦੇ। ਉਹ ਜੀਨਸ ਪਾਉਣ ਤਾਂ ਫਿਰ ਉੱਥੇ ਵੀ ਪਾਉਣ, ਕੋਈ ਉਹਨਾਂ ਦੀ ਕ੍ਰੋਮੋਜ਼ੋਮ ਸਾਈਡ ਤੋਂ ਕੋਈ ਚੀਜ਼ ਆ ਰਹੀ ਹੋਏ, ਹੈਰੀਡਿਟਰੀ ਸਾਈਡ ਤੋਂ ਚੀਜ਼, ਐਸਾ ਨਹੀਂ ਕੁਛ ਵੀ ਹੈਗਾ। ਫਿਰ ਕੀ ਹੈ? ਇਹ ਐਨਵਾਇਰਮੈਂਟਲ ਹੈ।
ਜੋ ਇਨਵਾਇਰਮੈਂਟ ਇਹੋ ਜਿਹੇ 'ਚ ਆ ਗਏ ਜਿੱਥੇ ਇਸ ਤਰੀਕੇ ਦੇ ਨਾਲ, ਅਤੇ ਜਿਹਦੇ 'ਚ ਸਿੰਪਲ ਐਗਜ਼ਾਮਪਲ ਕੀਤੀ ਜਾਏ, ਇੱਥੇ ਲੋਕਾਂ ਨੂੰ ਐਲਰਜੀਜ਼ ਬਹੁਤ ਹੁੰਦੀਆਂ ਨੇ, ਅਤੇ ਉਹਦਾ ਵੱਡਾ ਕਾਰਨ ਇਹ ਹੈ ਜਿਹੜਾ ਗੁੱਡ ਬੈਕਟੀਰੀਆ ਹੈ ਉਹ ਨਹੀਂ ਹਵਾ ਵਿੱਚ ਹੈਗਾ, ਕਿਉਂਕਿ ਵੈਟ ਸੋਇਲ ਆ, ਸਨੋ ਬਹੁਤ ਪੈਂਦੀ ਹੈ, ਮੀਂਹ ਬਹੁਤ ਪੈਂਦਾ ਹੈ, ਅਤੇ ਉਸ ਕਿਸਮ ਦੇ ਨਾਲ ਜਿਹੜੇ ਧੂੜ ਹੈ, ਮਿੱਟੀ ਹੈ, ਉਹ ਜਿਹੜਾ ਬੈਕਟੀਰੀਆ ਉਸ ਲੈਵਲ 'ਤੇ ਆ ਨਹੀਂ ਸਕਦਾ ਹਵਾ 'ਚ, ਅਤੇ ਜਦੋਂ ਆਉਂਦਾ ਨਹੀਂਗਾ ਤਾਂ ਫਿਰ ਸਾਡੇ ਅੰਦਰ ਵੀ ਨਹੀਂ ਜਾਂਦਾ। ਤਾਂ ਗੁੱਡ ਬੈਕਟੀਰੀਆ ਦੀ ਲੈਕਿੰਗ ਜਿਹੜੀ ਹੈ ਉਹ ਸਾਡੀ ਇਮਿਊਨਿਟੀ ਨੂੰ ਕਿਸੇ ਕਿਸਮ ਦੇ ਬੈਕਟੀਰੀਆ ਦੇ ਨਾਲ ਲੜਨ ਦੇ ਕਾਬਲ ਨਹੀਂ ਰਹਿਣ ਦਿੰਦੀ। ਮਾੜਾ ਜਿਹਾ ਵੀ ਕਿਤੇ ਕੋਈ ਸਾਡੇ ਸਾਹਮਣੇ 2 ਛਿੱਕਾਂ ਵੀ ਮਾਰਦਾ, ਸਾਡਾ ਜਿਹੜਾ ਇਮਿਊਨ ਸਿਸਟਮ ਇੱਕਦਮ ਉਹਦੇ ਉੱਤੇ ਰਿਐਕਟ ਕਰਦਾ, ਅਤੇ ਉਹ ਸਿੱਧੇ ਤੌਰ 'ਤੇ ਬਿਮਾਰੀ ਵਾਲੇ ਪਾਸੇ ਤੁਰ ਜਾਂਦਾ ਹੈ। ਸੋ ਇਸ ਸਾਰੇ ਦੇ ਵਿੱਚ ਜਿਹੜਾ ਨੈਚੁਰਲ ਪ੍ਰੋਸੈਸ ਹੈ, ਬਹੁਤ ਜ਼ਿਆਦਾ ਸਫਾਈ ਕਰਦਿਆਂ ਅਸੀਂ ਉਹ ਤੋੜੀ ਜਾ ਰਹੇ ਹਾਂ। ਜਿਹੜੀਆਂ ਬੇਨਤੀ ਮੌਲਿਕ ਰੂਪ ਵਿੱਚ ਕਰ ਰਿਹਾ ਸੀਗਾ ਕਿ ਗੰਦਗੀ, ਜਿਹਨੂੰ ਅਸੀਂ ਕਈ ਵਾਰੀ ਗੰਦਗੀ ਕਹਿੰਦੇ ਹਾਂ, ਧੂੜ, ਮਿੱਟੀ, ਡਸਟ, ਇਹੋ ਜਿਹੀਆਂ ਚੀਜ਼ਾਂ, ਇਹ ਕਈ ਵਾਰੀ ਕਾਰਗਰ ਹੁੰਦੀਆਂ ਨੇ। ਮਨੁੱਖੀ ਦੁਨੀਆ ਦੇ ਵਿੱਚ ਵੀ ਥੋੜ੍ਹਾ ਬਹੁਤਾ ਹੈਲਦੀ ਐਂਗਰ ਹੋਣਾ, ਹੈਲਦੀ ਜਿਹੜੀ ਉਸ ਕਿਸਮ ਦੀ ਇੱਕ ਦੂਜੇ ਦੇ ਨਾਲ ਨਾਰਾਜ਼ਗੀ ਹੋਣੀ, ਸਭ ਚੀਜ਼ਾਂ ਇਹ ਜੀਵਨ ਚਲਾਉਂਦੀਆਂ ਨੇ। ਇਹ ਨਹੀਂ ਕੋਈ ਘਰ ਇਹੋ ਜਿਹਾ ਹੋਏਗਾ ਜਿਸ ਘਰ ਦੇ ਵਿੱਚ ਕੋਈ ਕਿਸੇ ਨੂੰ ਕੋਈ ਟੋਕਦਾ ਹੀ ਨਹੀਂ, ਕੋਈ ਰੋਕਦਾ ਹੀ ਨਹੀਂ, ਮਤਲਬ ਫਰੀ ਵਰਲਡ ਦੀ ਅਸੀਂ ਬਹੁਤੀ ਇਹੋ ਜਿਹੀ ਗੱਲ ਕਰਦੇ ਹਾਂ, ਅਤੇ ਉਹਦੇ 'ਚ ਬਲਕਿ ਹੋਰ ਗੜਬੜ ਹੋ ਗਈ ਹੈ। ਲੈਕ ਆਫ ਸੁਪਰਵਿਜ਼ਨ, ਲੈਕ ਆਫ ਡਿਸਿਪਲਨ, ਲੈਕ ਆਫ ਅਕਾਊਂਟੇਬਿਲਿਟੀ, ਲੈਕ ਆਫ ਜਿਹਨੂੰ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੀ ਖਾਸ ਕਰਕੇ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦੀ, ਤਾਂ ਸਮਾਂ ਦੇਣ ਦੀ, ਟਾਈਮ ਦੇਣ ਦੀ, ਉਹ ਸਭ ਚੀਜ਼ਾਂ, ਇਸ ਨੇ ਘਰਾਂ ਦੇ ਵਿੱਚ ਜਿਹੜਾ ਟੌਕਸਿਕ ਇਨਵਾਇਰਮੈਂਟ ਸੀ ਉਹ ਬਿਲਡ ਕੀਤਾ। ਅਤੇ ਉਹਦੇ ਦੀ ਟਰੀਟਮੈਂਟ ਇਹ ਲੱਭਿਆ ਗਿਆ ਕਿ ਆਪਾਂ ਹੂ ਕੇਅਰ, ਜਦੋਂ ਦੂਜਾ ਮੇਰੀ ਕੇਅਰ ਨਹੀਂ ਕਰਦਾ ਮੈਂ ਉਹਦੀ ਕੇਅਰ ਕਿਉਂ ਕਰਾਂ। ਫਿਰ ਘਰ ਮੰਦਰ ਬਹੁਤੇ ਸੋਭਦੇ ਨਹੀਂ ਗਏ। ਇੱਥੇ ਆਪ ਦੇਖ ਸਕਦੇ ਹੋ ਈਜ਼ੀਲੀ ਕਿੰਨੇ ਕੁ ਸੋਭਦੇ ਨੇ। ਫੈਮਿਲੀ ਲਾਈਫ ਦਾ ਕੀ ਹਾਲ ਹੈ। ਕਈ ਵਾਰੀ ਸਾਨੂੰ ਵੈਸਟਰਨਾਈਜ਼ ਵਰਲਡ ਅਤੇ ਅਮਰੀਕਨਾਈਜ਼ ਵਰਲਡ ਬੜਾ ਚੰਗਾ ਲੱਗਦਾ ਆ, ਬਹੁਤ ਸਾਰੀਆਂ ਚੀਜ਼ਾਂ 'ਚ ਬੜਾ ਚੰਗਾ ਆ, ਕਿਉਂਕਿ ਇੱਕ ਕਲੋਨੀਅਲ ਸਿਸਟਮ ਨੇ ਬਣਾਇਆ ਆ। ਸੜਕਾਂ ਸਿੱਧੀਆਂ ਨੇ, ਇਨਫਰਾਸਟਰਕਚਰ ਬੜਾ ਵਧੀਆ ਆ, ਲਾਅ ਐਨਫੋਰਸਮੈਂਟ ਬੜੀ ਜ਼ਬਰਦਸਤ ਆ, ਲੀਗਲ ਸਟਰਕਚਰ ਬੜਾ ਜ਼ਬਰਦਸਤ ਆ, ਟੈਕਸ ਸਟਰਕਚਰ ਬੜਾ ਵਧੀਆ ਆ, ਫੈਸਿਲਿਟੀਜ਼ ਬਹੁਤ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਇਹਦੇ ਨਾਲ ਜਿਹੜੀ ਮਨੁੱਖ ਦੀ ਹੋਣੀ ਹੈ ਉਹ ਕਿੰਨੀ ਕੁ ਵਧੀਆ, ਉਹਨੂੰ ਦੇਖੋਗੇ ਤਾਂ ਪਤਾ ਲੱਗੇਗਾ। ਵੈਸਟ ਤੇ ਖੁਦ ਭੱਜ ਰਿਹਾ ਉਸ ਪਾਸੇ ਨੂੰ। ਦੇ ਰੀਅਲੀ ਵਾਂਟ ਟੂ get something which is beyond body and mind. That is spirituality. And nothing else we can find out which is beyond mind and body. So Babaji is giving us messages in every line, in every Shabad. And here we are getting the message, ਕਰਮ ਅੰਦਰ ਹਟ ਨਾਲੇ ਸੋ ਹੈ ਜਿਸ ਵਿੱਚ ਨਾਮ ਨਿਵਾਸੀ ਰਾਮ। ਤੇ ਨਾਮ ਨੇ ਉਵੇਂ ਤੇ ਕੋਈ ਫਿਜ਼ੀਕਲੀ ਨਿਵਾਸ ਨਹੀਂ ਨਾ ਕਰਨਾ ਆ ਕੇ। ਅਸੀਂ ਕਈ ਇੱਕ ਦਿਨ ਨਾਮ ਰਹਿਣ ਲੱਗ ਜਾਏਗਾ ਸਾਡੇ ਘਰ ਆ ਕੇ। ਨਾਮ ਤੇ ਭਾਈ ਤੇਰੇ ਵਿੱਚ ਰਹਿਣਾ ਆ, ਤੂੰ ਰੱਖੇਗਾ ਉਹਨੂੰ, ਉਹ ਤੇ ਅੱਜ ਵੀ ਰਹਿਣ ਲਈ ਤਿਆਰ ਹੈ। ਪਰ ਕਿਸੇ ਚੀਜ਼ ਨੂੰ ਰੱਖਣਾ, ਸਪੋਜ਼ ਕਰੋ ਨਾ ਇੱਥੇ ਮੁਲਕਾਂ 'ਚ ਇਹਨਾਂ 'ਚ ਕਿਸੇ ਦੇ ਘਰ ਬੱਚਾ ਆ ਜਾਏ, ਵੈਸੇ ਵਿਜ਼ਿਟ ਕਰਨ ਲਈ ਆ ਜਾਏ ਜਾਂ ਨੈਚੁਰਲੀ someone get blessed with a kid or give the baby, ਤੇ ਕਿਹਾ ਜਾਂਦਾ ਕਿ ਘਰ ਤੁਹਾਡਾ ਬੇਬੀ ਫਰੈਂਡਲੀ ਹੈਗਾ, ਜੇ ਨਹੀਂ ਹੈਗਾ ਭਾਈ ਬਣਾਓ ਉਹਨੂੰ, ਨਹੀਂ ਤੇ ਨਹੀਂ ਰਹੇਗਾ ਉੱਥੇ। ਤੇ ਜੇ ਤੁਹਾਡੇ ਘਰ ਦੇ ਵਿੱਚ ਚਾਈਲਡ ਫਰੈਂਡਲੀ ਇਨਵਾਇਰਮੈਂਟ ਨਹੀਂ ਹੈਗਾ ਤੇ ਚਾਈਲਡ ਕੇਅਰ ਸੁਸਾਇਟੀ ਇਨਵੋਲਵ ਹੋ ਜਾਂਦੀ ਹੈ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਤੁਸੀਂ ਡਿਜ਼ਰਵ ਨਹੀਂ ਕਰਦੇ, ਤੁਸੀਂ ਰੱਖ ਨਹੀਂ ਸਕਦੇ, ਅਸੀਂ ਲੈ ਜਾਵਾਂਗੇ ਇੱਥੋਂ, ਭਾਵੇਂ ਤੁਹਾਡਾ ਉਹ ਬਾਇਓਲੋਜੀਕਲ ਮੇਕਅਪ ਆ। ਉਹ ਕਹਿੰਦੇ ਨੋ ਨੋ ਨੋ, ਅਸੀਂ ਅਲਾਓ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਇਨਵਾਇਰਮੈਂਟ ਹੀ ਨਹੀਂ ਹੈਗਾ ਤੁਹਾਡੇ ਕੋਲ। ਮੇਰੇ ਚੱਕ ਮੈਂ ਕਲੇਮ ਕਰਾਂ, ਮੈਂ ਸਿੱਖ ਫੈਮਿਲੀ 'ਚ ਪੈਦਾ ਹੋਇਆ ਆ,
मैं सिख हाँ, मैं क्लेम करदा हाँ, पर भाई नाम ਲਈ ਤੇ ਇੱਕ এনवायरमेंट ਬਣਾਉਣਾ ਪਏਗਾ ਅੰਦਰ ਰੱਖਣ ਲਈ। ਉਹਦੀਆਂ ਕੰਡੀਸ਼ਨਸ ਫੁੱਲਫਿਲ ਕਰਦਾ ਜਾਵਾਂਗਾ, ਨਾਮ ਵਸਦਾ ਜਾਏਗਾ। ਤੇ ਜੇ ਅੰਦਰ ਨਾਮ ਵਸੇਗਾ ਤੇ ਜਿੱਥੇ ਉਹ ਨਾਮ ਤਾਰੀਖ, ਨਾਮ ਧਾਰੀ ਜਿਹਨੇ ਧਾਰਨ ਕੀਤਾ ਆ, ਉਹ ਵਸੇਗਾ, ਫਿਰ ਨਾਮ ਤੇ ਉੱਥੇ ਵੀ ਪ੍ਰਕਾਸ਼ ਕਰੇਗਾ। ਗੁਰੂ ਬਾਬਾ ਜੀ ਬਿਆਨ ਕਰਦੇ, ਘਰ ਮੰਦਰ ਹਟ ਨਾਲੇ ਸੋ ਹੈ ਜਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਅਰਾਧ ਹੈ। ਜਿਹੜੇ ਦੀ ਬਹੁਤ ਚਰਚਾ ਕਰਦੇ ਨੇ ਉਹ ਆਰਾਧਨਾ ਹੈ। ਹੁਣ ਉਹ ਜਿਹੜੇ ਨੇ ਉਹ ਲੋਕ ਸੰਤ ਭਗਤ ਹੋ ਜਾਂਦੇ, ਮਤਲਬ ਲਿਟਰਲੀ ਤੌਰ ਤੇ ਦੇਖੋਗੇ ਜੀਵਨ ਦੀ એનર્ਜੀ ਹੈ। ਆਪਾਂ ਗੱਲਾਂ ਬਾਤਾਂ ਕਰਨੀਆਂ ਨੇ, ਆਪਾਂ ਇਹ ਸਭ ਚੀਜ਼ਾਂ ਕਰਨੀਆਂ ਨੇ, ਪਰ ਇਹ ਸਭ ਚੀਜ਼ਾਂ ਜਦੋਂ ਅਸੀਂ ਸੰਸਾਰੀ ਤੌਰ ਤੇ ਦੇਖਦੇ ਹਾਂ, ਸੰਸਾਰੀ ਤੌਰ ਤੇ ਵਿਚਰਦੇ ਹਾਂ, ਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਜਦੋਂ ਸੰਸਾਰੀ ਤੌਰ ਤੇ ਅਸੀਂ ਜਾ ਰਹੇ ਹਾਂ ਤੇ ਉਹਦੇ ਵਿੱਚ ਸਾਡੀ એનર્ਜੀ ਕਿੱਥੇ ਖਰਚ ਹੋ ਰਹੀ ਹੈ, ਕਿਹੋ ਜਿਹੀਆਂ ਗੱਲਾਂ ਬਾਤਾਂ ਦੇ ਵਿੱਚ, ਉਹਦੇ 'ਚ ਨਿੰਦਿਆ, ਬਖੀਲਗੀ, ਚੁਗਲੀ, ਕੂੜ ਕਬਾੜ, ਬਹੁਤ ਕੁਛ ਹੈਗਾ। ਇਹ ਸਭ ਕੁਝ ਕਰਕੇ ਬੰਦਾ ਸੰਤ ਭਗਤ ਥੋੜ੍ਹਾ ਬਣ ਜਾਏਗਾ, ਫਿਰ ਤੇ ਬੰਦਾ ਚੁਗਲਖੋਰ ਬਣੇਗਾ, ਫਿਰ ਤੇ ਬੰਦਾ ਨਿੰਦਕ ਬਣੇਗਾ, ਫਿਰ ਤੇ ਬੰਦਾ ਇਹ ਸਭ ਚੀਜ਼ਾਂ। ਸਭ ਕਹਿੰਦੇ ਸੰਤ ਭਗਤ ਹਰ ਨਾਮ ਆਰਾਧ ਹੈ, ਕਟਿਆ ਜਮ ਕੀ ਫਾਂਸੀ ਰਾਮ। ਜਿਹੜਾ ਬੰਦਾ ਆਪਣੇ ਲਈ ਕੰਮ ਕਰਦਾ ਆ, ਆਪ ਦੇਖਦੇ ਨਾ ਇਹਨਾਂ ਮੁਲਕਾਂ 'ਚ, ਆਪਾਂ ਮੁਲਕ ਦੀ ਗੱਲ ਕਰ ਰਹੇ ਹਾਂ, ਪ੍ਰੋਸਪੈਰਿਟੀ ਹੈ। ਪ੍ਰੋਸਪੈਰਿਟੀ ਇਸ ਕਰਕੇ ਹੈ ਕਿਉਂਕਿ ਕਿਤੇ ਤੁਹਾਡੇ ਕੋਲ ਕੰਮ ਹੈ, ਦੂਸਰਾ ਉਸ ਕੰਮ ਦਾ ਕੁਝ ਇਵਜ਼ਾਨਾ ਤੁਹਾਨੂੰ ਡਾਇਰੈਕਟਲੀ ਬੈਨੀਫਿਟ ਮਿਲਣਾ। ਇਹ ਨਹੀਂ ਕੋਈ ਲਾਭ ਬਣਾਇਆ, ਕਾਮਨ ਮਿਨੀਮਮ ਵੇਜਸ ਬਣਾਏ ਨੇ, ਕੁਝ ਇਹੋ ਜਿਹੇ ਪ੍ਰੋਗਰਾਮ ਬਣਾਏ ਨੇ, ਸੋ ਤੁਸੀਂ ਆਪਣੀ ਫਾਹੀ ਕੱਟ ਰਹੇ ਹੋ ਆਪਣੇ ਵਾਸਤੇ। ਉਹ ਭਾਵੇਂ ਗੁਰਬਤ ਫਾਹੀ ਹੈ ਨਾ, ਗਰੀਬੀ ਹੈ, ਪਾਵਰਟੀ, ਤੁਸੀਂ ਆਪਣੀ ਕੱਟ ਰਹੇ ਹੋ। ਇੱਥੇ ਜੋ ਤੁਸੀਂ ਇਸ ਲੈਵਲ ਤੇ ਆਪਣੇ ਉੱਤੇ ਇਤਨਾ ਜ਼ਿਆਦਾ ਫੋਕਸ ਕਰਕੇ ਆਪਣੇ ਜੀਵਨ ਦੀ એનર્ਜੀ ਨੂੰ ਚਲਾਉਂਦੇ ਹੋ, ਫਿਰ ਭਾਈ ਜਮਾਂ ਦੀ ਮਾਰ ਤੇ ਨਹੀਂ ਪਏਗੀ ਤੁਹਾਨੂੰ। ਅਗਲਾ ਬਚਨ ਲਿਖਿਆ, ਕਾਟੀ ਜਮ ਫਾਸੀ ਪ੍ਰਭ ਵਿਨਾਸੀ, ਹਰ ਹਰ ਨਾਮ ਤੇ ਆਏ। ਫਿਰ ਜਮਾਂ ਦੀ ਫਾਹੀ ਕੱਟੀ ਗਈ ਜਦੋਂ ਹਰੀ ਦਾ ਨਾਮ ਤੇ ਆਇਆ। ਰੈਪੀਟੀਸ਼ਨ 'ਚ ਬਾਤ ਕੀਤੀ ਗਈ, ਸਗਲ ਸਮਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ। ਫਿਰ ਸਾਰੀ ਸਮਗਰੀ ਪੂਰੀ ਹੋ ਗਈ। ਤੇ ਸਮਗਰੀ ਕੋਈ ਬਾਹਰੋਂ ਨਹੀਂ ਆਉਂਦੀ, ਇਹ ਜੀਵਨ ਹੀ ਸਮਗਰੀ ਪ੍ਰੋਡਿਊਸ ਕਰ ਰਿਹਾ ਸਾਰੀ। ਹਰ ਪਲ, ਹਰ ਸਮਾਂ, ਹਰ ਮੌਕਾ ਹੀ ਹੈ ਤੁਹਾਡੇ ਕੋਲ, ਚੰਗੇ ਹੋਣ ਦਾ ਵੀ, ਬੁਰੇ ਹੋਣ ਦਾ ਵੀ। ਯੂ ਹੈਵ ਟਾਈਮ, ਯੂ ਹੈਵ એનર્ਜੀ, ਯੂ ਹੈਵ ਰਿਸੋਰਸਿਸ। ਇਹ ਚੀਜ਼ਾਂ ਯੂਜ਼ ਕਰ ਰਹੇ ਹਾਂ ਅਸੀਂ। ਉਹਦੀ ਬਾਤ ਕੀਤੀ ਗਈ ਹੈਗੀ ਹੈ, ਸੰਤ ਸਜਨ ਸੁਖ ਮਾਣੈ ਰਲੀਆਂ, ਦੁੱਖ ਦਰਦ ਪਰਮਨਾਸੀ। ਜਿਹੜੇ ਸੰਤ ਸਜਨ ਨੇ, ਜਿਨ੍ਹਾਂ ਨੂੰ ਇਹੋ ਜਿਹੀ ਗੁਰਮੁਖਤਾਈ ਦਾ ਸੰਗ ਚੰਗਾ ਲੱਗਦਾ ਹੈ, ਉਹ ਰਲੀਆਂ ਮਾਣਦੇ, ਉਹ ਜੀਵਨ ਦੇ ਹਰ ਲੈਵਲ ਨੂੰ ਇੰਜੋਏ ਕਰਦੇ। ਦੁੱਖ ਦਰਦ ਪਰਮਨਾਸੀ, ਦੁੱਖ ਤੇ ਦਰਦ ਦਾ ਜਿਹੜਾ ਉਹ ਹਾਲਤ ਆ, ਉਹ ਨਾਸ ਹੋ ਜਾਂਦਾ ਹੈ। ਸ਼ਬਦ ਸਵਾਰੇ ਸਤਿਗੁਰ ਪੂਰੇ, ਨਾਨਕ ਸਦਬਲ ਜਾਸੀ। ਇਹ ਨਾਨਕ ਹੈ ਸ਼ਬਦ ਹੀ ਸਵਾਰਨ ਵਾਲਾ, ਤੇ ਸ਼ਬਦ ਸਤਿਗੁਰੂ ਪੂਰਾ ਬਖਸ਼ਦਾ ਹੈ। ਨਾਮ ਤੇ ਸ਼ਬਦ ਦੇ ਨਾਲ ਦੋਨਾਂ ਦੀ ਇੰਟਰਚੇਂਜੇਬਲ ਵੇ ਦੇ ਨਾਲ ਯੂਜ਼ ਕੀਤਾ ਗਿਆ, ਇੱਕ ਸਿਨੋਨਿਮ ਦੇ ਤੌਰ ਤੇ, ਜਿਹਨੂੰ ਅਸੀਂ ਕਹਿੰਦੇ ਇੱਕ ਪਰਾਇਵਾਚੀ ਦੇ ਤੌਰ ਤੇ ਯੂਜ਼ ਕੀਤਾ ਗਿਆ। ਇੱਥੇ ਸਭ ਨੇ ਸਤਿਗੁਰੂ ਤੋਂ ਮਿਲਣ ਵਾਲੇ ਸ਼ਬਦ, ਸਿੱਖਿਆ ਦੀ ਗੱਲ ਕੀਤੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਕਰਸਾਨੀ ਸੰਘਰਸ਼ 'ਚ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਹੈ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ